MC ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਕਿ ਤਮੰਨਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਕੈਂਸਰ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਜੇਕਰ ਆંકੜਿਆਂ ਦੀ ਗੱਲ ਕੀਤੀ ਜਾਵੇ ਤਾਂ 2020 ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 10 ਮਿਲੀਅਨ ਮੌਤਾਂ ਜਿਹੜੀਆਂ ਸਿਰਫ ਕੈਂਸਰ ਕਰਕੇ ਹੋਈਆਂ ਨੇ। ਪੂਰੇ ਵਰਲਡ ਦੇ ਨਾਲ-ਨਾਲ ਹੁਣ ਕੈਂਸਰ ਦੀ ਬਿਮਾਰੀ ਪੰਜਾਬ ਦੇ ਵਿੱਚ ਵੀ ਬਹੁਤ ਫੈਲ ਚੁੱਕੀ ਹੈ। ਸੋ ਇਸੇ ਗੰਭੀਰ ਮੁੱਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ MC ਨਿਊਜ਼ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਕੈਂਸਰ ਸਪੈਸ਼ਲਿਸਟ ਡਾਕਟਰ ਰਾਜੀਵ ਗੁਪਤਾ ਜੀ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਧੰਨਵਾਦ ਜੀ। ਮੈਂ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਨਾ। ਮੈਂ ਡਾਕਟਰ ਰਾਜੀਵ ਗੁਪਤਾ, ਮੈਂ ਪ੍ਰੋਫੈਸਰ ਹਾਂ ਗੁਰੂ ਰਾਮਦਾਸ ਮੈਡੀਕਲ ਕਾਲਜ ਔਰ ਕੰਸਲਟੈਂਟ ਹਾਂ ਮਨਦੀਪ ਮੈਡੀਸਿਟੀ ਦੇ ਵਿੱਚ। ਮੈਂ ਕੈਂਸਰ ਸਪੈਸ਼ਲਿਸਟ ਹਾਂ ਔਰ ਪਿਛਲੇ 18 ਸਾਲ ਤੋਂ ਮੈਂ ਕੈਂਸਰ ਦੇ ਉੱਤੇ ਕੰਮ ਕਰ ਰਿਹਾ ਹਾਂ। ਸੋ ਸਰ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੈਂਸਰ ਹੁੰਦੀ ਕਿਉਂ ਹੈ? ਦੇਖੋ, ਕੈਂਸਰ ਇੱਕ ਛੋਟੇ ਸ਼ਬਦਾਂ 'ਚ ਜਾਂ ਸਪਸ਼ਟ ਸ਼ਬਦਾਂ 'ਚ ਦੱਸਾਂਗਾ ਕਿ ਸਾਡੇ ਬਾਡੀ ਦੇ ਜਿਹੜੇ ਸੈੱਲਸ ਨੇ, ਜਿਹੜੇ ਉਹ ਹਰ ਸੈੱਲ ਜਿਹੜਾ ਇੱਕ ਕੰਮ ਕਰਨ ਵਾਸਤੇ ਬਣਿਆ ਹੋਇਆ ਹੈ। ਫੋਰ ਐਗਜ਼ਾਮਪਲ ਫੇਫੜੇ ਦਾ ਸੈੱਲ ਜਿਸ ਤਰ੍ਹਾਂ, ਉਹਦਾ ਕੰਮ ਹੈਗਾ ਸਾਹ ਦਾ ਐਕਸਚੇਂਜ ਕਰਨਾ, ਗੈਸਿਸ ਐਕਸਚੇਂਜ ਕਰਨਾ। ਲੇਕਿਨ ਅਗਰ ਕਿਸੇ ਵਜ੍ਹਾ ਨਾਲ ਉਹ ਸੈੱਲ ਜਿਹੜਾ ਹੈਗਾ ਆਪਣਾ ਕੰਮ ਕਰਨਾ ਭੁੱਲ ਜਾਵੇ, ਤੇਜ਼ੀ ਨਾਲ ਡਿਵਾਈਡ ਕਰਨ ਲੱਗ ਪਵੇ ਔਰ ਉਹਨੂੰ ਇਹ ਭੁੱਲ ਜਾਵੇ ਕਿ ਉਹਨੇ ਕੀ ਕੰਮ ਕਰਨਾ ਸੀ, ਤਾਂ ਇੱਕ ਕੈਂਸਰ ਸੈੱਲ ਬਣ ਜਾਂਦਾ ਹੈ। ਇਸ ਦਾ ਮਤਲਬ ਹੈਗਾ ਕਿ ਉਹ ਆਪਣਾ ਕੰਮ ਤਾਂ ਨਹੀਂ ਕਰ ਰਿਹਾ ਲੇਕਿਨ ਜਿਸਮ ਨੂੰ ਖਾ ਰਿਹਾ ਔਰ ਜਿਸਮ 'ਤੇ ਇੱਕ ਤਰ੍ਹਾਂ ਦਾ ਬੋਝ ਹੈਗਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਣਾ। ਕੋਈ ਚਗਾਟ ਹੈ ਜਿਸ ਤਰ੍ਹਾਂ, ਉਹਦੇ ਵਿੱਚ ਕੋਈ ਸਿਉਂਕ ਲੱਗ ਜਾਵੇ, ਦੇਖਣ ਨੂੰ ਤਾਂ ਚਗਾਟ ਬਿਲਕੁਲ ਠੀਕ ਲੱਗਦੀ ਹੈ ਲੇਕਿਨ ਅੰਦਰ ਨੂੰ ਖਾ ਜਾਂਦੀ ਹੈ। ਇਸ ਤਰ੍ਹਾਂ ਹੀ ਕੈਂਸਰ ਦਾ ਇੱਕ ਸੈੱਲ ਹੈਗਾ, ਉਹ ਇੱਕ ਤਰ੍ਹਾਂ ਦੀ ਸਿਉਂਕ ਹੈ ਜਿਹੜੀ ਜਿਸਮ ਨੂੰ ਆਹਿਸਤਾ ਖਾ ਜਾਂਦੀ ਹੈ। ਅਤੇ ਉਹਦਾ ਨਿਵਾਰਨ, ਉਹਦਾ ਇਲਾਜ ਹੀ ਜਿਸਮ ਨੂੰ ਬਚਾ ਸਕਦਾ ਹੈ ਅਤੇ ਇਨਸਾਨ ਦੀ ਜ਼ਿੰਦਗੀ ਬਚਾ ਸਕਦਾ ਹੈ। ਜਿਸ ਤਰ੍ਹਾਂ ਤੁਸੀਂ ਸਰ ਕੈਂਸਰ ਸੈਲਸ ਦੀ ਗੱਲ ਕੀਤੀ, ਨਾਰਮਲ ਸੈਲਸ ਤੇ ਕੈਂਸਰ ਸੈਲਸ ਦੇ ਵਿੱਚ ਕੀ ਡਿਫਰੈਂਸ ਹੁੰਦਾ? ਦੇਖੋ, ਨਾਰਮਲ ਸੈੱਲ ਦਾ ਮਤਲਬ ਹੈਗਾ ਜਿਹੜਾ ਕੰਮ ਉਸ ਸੈੱਲ ਨੇ ਕਰਨਾ ਹੈ। ਉਸ ਸੈੱਲ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਲੰਗ ਕੈਂਸਰ ਦੀ ਗੱਲ ਕੀਤੀ, ਲੰਗ ਦੀ ਗੱਲ ਕੀਤੀ, ਮੈਂ ਬ੍ਰੈਸਟ ਦੀ ਗੱਲ ਕਰਾਂ, ਜਿਸ ਸਤਨ ਕੈਂਸਰ ਹੈ ਫੀਮੇਲਸ ਦੇ ਵਿੱਚ। ਉਸ ਸੈੱਲ ਦਾ ਕੰਮ ਹੈਗਾ ਕਿ ਦੁੱਧ ਪੈਦਾ ਕਰਨਾ ਜਾਂ ਦੁੱਧ ਨੂੰ ਨਿੱਪਲ ਤੱਕ ਪਹੁੰਚਾਉਣਾ, ਡਕਟਸ ਦਾ। ਲੇਕਿਨ ਅਗਰ ਉਹ ਡਕਟ ਜਿਹੜੀ ਹੈ, ਅਗਰ ਉਹ ਕੰਮ ਕਰਨ ਦੀ ਬਜਾਏ ਇੱਕ ਮਾਸ ਬਣਾ ਲਵੇ, ਤੇਜ਼ੀ ਨਾਲ ਗਰੋ ਕਰਨ ਲੱਗ ਪਵੇ ਔਰ ਅੰਡਰਲਾਈਨ ਚੈਸਟ ਨੂੰ ਜਾਂ ਉੱਪਰ ਦੀ ਸਕਿਨ ਨੂੰ ਇਨਵੋਲਵ ਕਰ ਲਏ, ਅਤੇ ਉਹ ਇੱਕ ਤਰ੍ਹਾਂ ਦਾ ਗਾਂਠ ਬਣ ਜਾਂਦੀ ਹੈ ਜਿਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਦੂਜਾ, ਉਹਦੇ ਬਾਅਦ ਇਹ ਕੈਂਸਰ ਫੈਲਦਾ। ਹੁਣ ਲਿਵਰ ਹੈ ਜਿਸ ਤਰ੍ਹਾਂ ਜਾਂ ਬ੍ਰੈਸਟ ਹੈਗਾ, ਉਹ ਬ੍ਰੈਸਟ ਦਾ ਟਿਸ਼ੂ ਬ੍ਰੈਸਟ ਹੀ ਰਹੇਗਾ ਜ਼ਿੰਦਗੀ ਭਰ। ਲੇਕਿਨ ਕੈਂਸਰ ਸੈੱਲ ਜਿਹੜਾ ਬ੍ਰੈਸਟ ਤੋਂ ਨਿਕਲ ਕੇ ਫੇਫੜੇ 'ਚ ਵੀ ਜਾ ਸਕਦਾ ਹੈ, ਲਿਵਰ 'ਚ ਵੀ ਜਾ ਸਕਦਾ, ਜਿਹਨੂੰ ਮੈਟਾਸਟੇਸਿਸ ਕਹਿੰਦੇ ਆ। ਜਿਸ ਤਰ੍ਹਾਂ ਸੁਣਿਆ ਨਾ ਕਿਸੇ ਦਾ ਸਟੇਜ 4 ਕੈਂਸਰ ਹੈਗਾ, ਉਸਦਾ ਮਤਲਬ ਹੈ ਕਿ ਆਪਣਾ ਕੈਂਸਰ ਆਪਣੀ ਜਗ੍ਹਾ ਛੱਡ ਕੇ ਜਿਸਮ ਦੇ ਕਿਸੇ ਹੋਰ ਹਿੱਸੇ ਚਲਾ ਗਿਆ। ਇਹਨੂੰ ਕਹਿੰਦੇ ਮੈਟਾਸਟੇਸਿਸ, ਜਿਹੜਾ ਕਿ ਨਾਰਮਲ ਸੈੱਲ 'ਚ ਨਹੀਂ ਹੁੰਦਾ ਲੇਕਿਨ ਕੈਂਸਰ ਸੈੱਲ 'ਚ ਹੈ। ਤੀਜਾ, ਕੈਂਸਰ ਸੈੱਲ ਜਿਹੜਾ ਹੈਗਾ ਉਹ ਆਪਣੀ ਬਲੱਡ ਸਪਲਾਈ ਆਪ ਲੈ ਜਾਂਦਾ ਹੈ। ਅਗਰ ਹੁਣ ਬ੍ਰੈਸਟ ਦੀ ਫਿਰ ਗੱਲ ਕਰਾਂਗਾ, ਅਗਰ ਬ੍ਰੈਸਟ ਦੀ ਬਲੱਡ ਸਪਲਾਈ ਡਿਫਾਈਨਡ ਹੈ ਕਿ ਸ਼ੁਰੂ 'ਚ ਅਗਰ ਪੈਦਾਇਸ਼ 'ਤੇ ਅਗਰ ਫੀਮੇਲ ਜਾਂ ਮੇਲ ਦੀ ਬ੍ਰੈਸਟ ਦੇ ਵਿੱਚ ਇੱਕ ਬਲੱਡ ਸਪਲਾਈ ਜਾਂਦੀ ਪਈ ਹੈ, ਉਹਦੇ ਨਾਲ ਹੀ ਕੰਮ ਉਹਨਾਂ ਨੇ ਚਲਾਉਣਾ ਹੈ। ਉਹ ਘੱਟ ਜ਼ਿਆਦਾ ਹੋ ਸਕਦੀ ਹੈ ਲੇਕਿਨ ਕੈਂਸਰ ਸੈੱਲ ਜਿੱਥੇ ਜਾਏਗਾ ਉੱਥੇ ਆਪਣੀ ਬਲੱਡ ਸਪਲਾਈ ਨਾਲ ਲੈ ਜਾਏਗਾ। ਸਮਝ ਲਓ ਕਿ ਨਵੀਂ ਕਲੋਨੀ ਨੇ ਵਸਾਈ ਹੈ ਅਤੇ ਉਹਨੂੰ ਖਾਣ ਪੀਣ ਵੀ ਤਾਂ ਕਰਨਾ, ਕੈਂਸਰ ਸੈੱਲ ਨੇ ਵੀ ਤਾਂ ਰੋਟੀ ਖਾਣੀ ਆਪਣੀ, ਅਤੇ ਉਹਦੀ ਰੋਟੀ ਖੂਨ ਹੈਗੀ, ਤਾਂ ਜਿੱਥੇ ਜਾਣਗੇ ਉੱਥੇ ਖੂਨ ਲੈ ਜਾਣਗੇ। ਇਸ ਦਾ ਮਤਲਬ ਬਾਕੀ ਜਿਸਮ ਦਾ ਖੂਨ ਚੂਸ ਕੇ ਉਹਨੂੰ ਆਪਣਾ ਯੂਜ਼ ਕਰਨਗੇ ਔਰ ਜਿਸਮ ਨੂੰ ਕਮਜ਼ੋਰ ਕਰਨਗੇ। ਇਸ ਲਈ ਕੈਂਸਰ ਦੇ ਮਰੀਜ਼ਾਂ ਨੂੰ ਤੁਸੀਂ ਦੇਖਿਆ ਹੋਣਾ ਹੈ ਕਿ ਜਿਹੜੇ ਉਹ ਮਰੀਜ਼ ਨੇ ਆਹਿਸਤਾ ਕਮਜ਼ੋਰ ਹੋਣ ਲੱਗ ਪੈਂਦੇ ਨੇ ਔਰ ਉਹਦੀ ਮ੍ਰਿਤੂ ਹੋ ਜਾਂਦੀ ਹੈ, ਕਿਉਂਕਿ ਸਾਰਾ ਖੂਨ, ਸਾਰੇ ਬਾਡੀ ਦੇ ਨਿਊਟ੍ਰੀਸ਼ਨ ਕੈਂਸਰ ਸੈੱਲ ਖਾ ਜਾਂਦੇ ਨੇ। ਉਹਨਾਂ ਨੇ ਆਪ ਤਾਂ ਕੁਝ ਕੰਮ ਕਰਨਾ ਨਹੀਂ ਹੁੰਦਾ, ਅਤੇ ਜਿਹੜਾ ਕੰਮ ਕਰੇਗਾ ਤਾਂ ਜਿਸਮ ਹੁੰਦਾ ਉਹਨੂੰ ਵੀ ਉਹ ਆਹਿਸਤਾ ਡੈਡ ਕਰਨ ਲੱਗ ਪੈਂਦੇ ਨੇ। ਸੋ ਇਸ ਲਈ ਕੈਂਸਰ ਇੱਕ ਜਾਨਲੇਵਾ ਬਿਮਾਰੀ ਹੈ, ਇੱਕ ਪ੍ਰੋਗਰੈਸਿਵ ਬਿਮਾਰੀ ਹੈ ਔਰ ਇਹਦਾ ਇਲਾਜ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਤੁਸੀਂ ਸਰ ਬ੍ਰੈਸਟ ਕੈਂਸਰ ਦੀ ਗੱਲ ਕੀਤੀ, ਸੋ ਫੀਮੇਲਸ ਦੇ ਵਿੱਚ ਹੋਰ ਕਿਹੜੇ ਤਰ੍ਹਾਂ ਦੀਆਂ ਫਾਰਮਸ ਕੈਂਸਰ ਦੀਆਂ ਪਾਈਆਂ ਜਾਂਦੀਆਂ? ਫੀਮੇਲਸ ਦੇ ਜਿਹੜੇ 4 ਕਾਮਨੈਸਟ ਕੈਂਸਰ ਹੈ, ਪਹਿਲਾ ਸਭ ਤੋਂ ਇੰਪੋਰਟੈਂਟ ਹੈਗਾ ਸਰਵਾਈਕਲ ਕੈਂਸਰ। ਸਰਵਿਕਸ ਦੇ ਅਸੀਂ ਸੁਣਿਆ ਹੋਣਾ ਤੁਸੀਂ, ਲੋਕਾਂ ਨੂੰ ਕਹਿੰਦੇ ਆ ਜੀ ਸਰਵਿਕਸ ਦੀ ਸਰਵਾਈਕਲ ਦਰਦ ਹੋ ਗਈ। ਇਹ ਪਿੱਠ ਨਹੀਂ, ਬੱਚੇਦਾਨੀ ਦੇ ਮੂੰਹ ਨੂੰ ਸਰਵਿਕਸ ਕਹਿੰਦੇ ਹਾਂ ਅਸੀਂ। ਅਤੇ ਉਹਦਾ ਜਿਹੜਾ ਕੈਂਸਰ ਹੈਗਾ ਉਹ ਫੀਮੇਲ ਦੇ ਵਿੱਚ ਬੜਾ ਕਾਮਨ ਹੈਗਾ। ਸਤਨ ਕੈਂਸਰ, ਬ੍ਰੈਸਟ ਕੈਂਸਰ, ਓਵਰੀ ਦਾ ਕੈਂਸਰ, ਅੰਡਿਆਂ ਦਾ ਕੈਂਸਰ, ਚੌਥਾ ਐਂਡੋਮੈਟਰੀਅਲ ਕਾਰਸੀਨੋਮਾ, ਪੰਜਵਾਂ ਤੇ ਕਾਮਨ ਹੈਗਾ ਮੇਲ ਤੇ ਫੀਮੇਲ 'ਚ ਵੱਡੀ ਆਂਤ ਦਾ ਕੈਂਸਰ। ਲੇਕਿਨ ਮੈਂ ਥੋੜ੍ਹਾ ਜਿਹਾ ਟਾਈਮ ਲਵਾਂਗਾ ਤੁਹਾਡਾ ਫੀਮੇਲ ਦੇ 2 ਕਾਮਨੈਸਟ ਕੈਂਸਰ ਨੂੰ ਡਿਸਕਸ ਕਰਨ ਨੂੰ, ਕਿਉਂਕਿ ਇੱਕ ਤਾਂ ਇੰਡੀਅਨ ਪਾਪੂਲੇਸ਼ਨ 'ਚ 50% ਪਾਪੂਲੇਸ਼ਨ ਤਾਂ ਫੀਮੇਲਸ ਦੀ ਹੈਗੀ ਔਰ ਇਹ ਕੈਂਸਰ ਜ਼ਿਆਦਾ ਫੀਮੇਲਸ ਦੇ ਵਿੱਚ ਨੇ। ਤਾਂ ਪਹਿਲੇ ਉਹਨੂੰ ਡਿਸਕਸ ਕਰ ਲੈਂਦੇ ਹਾਂ। ਜਿਹੜਾ ਸਰਵਾਈਕਲ ਕੈਂਸਰ ਹੈਗਾ ਉਹ ਅਨਫੋਰਚੂਨੇਟਲੀ ਇੱਕ ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼ ਹੈ। ਮਤਲਬ ਉਹ ਸੈੱਲਸ ਜਿਹੜੇ ਨਾ ਪਿੱਛੋਂ ਕੋਈ ਖਰਾਬ ਹੋ ਕੇ ਨਹੀਂ ਆਉਂਦੇ ਜਾਂ ਉਹਦਾ ਜੀਨਸ ਇੰਟਰਪਲੇ ਨਹੀਂ ਹੁੰਦੇ, ਉਹਦੇ 'ਚ ਇੱਕ ਵਾਇਰਸ ਐਂਟਰ ਕਰਦਾ ਹੈ ਜਿਹਨੂੰ ਕਹਿੰਦੇ ਹਿਊਮਨ ਪੈਪਿਲੋਮਾ ਵਾਇਰਸ। ਉਹ ਵਾਇਰਸ ਆਹਿਸਤਾ ਉਹਨਾਂ ਨੂੰ ਸੈੱਲਸ ਨੂੰ ਕਹਿੰਦਾ ਤੇਜ਼ੀ ਨਾਲ ਦੌੜ, ਉਹ ਦੌੜਦੇ ਕੈਂਸਰਸ ਬਣ ਜਾਂਦੇ ਨੇ।
ਕੈਂਸਰਸ ਬਣ ਜਾਂਦੇ ਤੇ ਉਹਦਾ ਮਾਸ ਬਣ ਜਾਂਦਾ ਹੈ। ਜਿਹੜੇ ਉਹ ਮਾਸ ਬਣ ਜਾਂਦਾ ਤੇ ਅੱਗੇ ਪਿੱਛੇ ਦੇ ਆਰਗਨ ਨੂੰ ਖਾਣ ਲੱਗ ਪੈਂਦੇ ਨੇ। ਇਸ ਤਰ੍ਹਾਂ ਹੀ ਸਰਵਾਈਕਲ ਕੈਂਸਰ ਵੱਧਦਾ ਹੈ। ਔਰ ਦੁੱਖ ਦੀ ਗੱਲ ਇਹ ਹੈਗੀ ਕਿ ਇਹ ਕੈਂਸਰ ਬਣਨ 'ਚ, ਇਨਫੈਕਸ਼ਨ ਹੋਣ ਤੇ ਬਣਨ 'ਚ ਘੱਟ ਤੋਂ ਘੱਟ 13 ਤੋਂ 14 ਸਾਲ ਲੱਗਦਾ। ਉਸ 13-14 ਸਾਲ ਦੇ ਵਿੱਚ ਔਰਤ ਨੂੰ ਸਿੰਪਟਮ ਵੀ ਉਹਦੇ ਆਉਂਦੇ ਨੇ। ਸੈਕਸ਼ੂਅਲ ਐਕਟੀਵਿਟੀ ਕਰਦੇ ਦਰਦ ਹੋ ਸਕਦੀ ਹੈ, ਮਾਹਵਾਰੀ ਬੰਦ ਹੋ ਚੁੱਕੀ ਦੀ ਹੈ, ਮਾਹਵਾਰੀ ਫਿਰ ਸ਼ੁਰੂ ਹੋ ਗਈ। ਉਹਦੇ ਬਾਅਦ ਦਰਦ ਰਹਿਣ ਲੱਗ ਪੈਂਦੀ ਲੱਕ ਦੇ ਵਿੱਚ, ਪਿੱਠ 'ਚ ਦਰਦ ਲੱਗ ਪੈਂਦੀ ਹੈ, ਸਮੈਲ ਵਾਲਾ ਪਾਣੀ ਆਉਣ ਲੱਗ ਪੈਂਦਾ ਦੁਬਾਰਾ, ਜਿਹਨੂੰ ਅਸੀਂ ਲਿਕੋਰੀਆ ਕਹਿੰਦੇ ਹਾਂ, ਜਾਂ ਫਿਰ ਅਚਾਨਕ ਪਿਸ਼ਾਬ ਆਉਣਾ ਬੰਦ ਹੋ ਜਾਂਦਾ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਨਾਨੀਆਂ ਨਾ ਲੁਕ ਛਪਾ ਕਰਦੀਆਂ, ਉਹ ਅੱਗੇ ਨਹੀਂ ਆਉਂਦੀਆਂ। ਤੇ ਜਿਹੜੇ ਸਾਡੇ ਕੋਲ ਪਹੁੰਚਦੀਆਂ ਤੇ ਇੰਡੀਆ ਦੇ ਵਿੱਚ ਆਲਮੋਸਟ 75 to 80% ਜਿਹੜੇ ਪੇਸ਼ੈਂਟਸ ਨੇ ਉਹ ਸਾਨੂੰ ਲੇਟ ਸਟੇਜਸ ਮਿਲਦੇ ਨੇ, ਜਿਹੜੇ ਉਹ ਸਟੇਜ 3-4 'ਚ ਪਹੁੰਚ ਕੇ ਹੁੰਦੇ ਨੇ। ਇਸ ਕੇਸ ਦੇ ਵਿੱਚ ਇੱਕ ਟੈਸਟ ਹੁੰਦਾ ਜਿਹਨੂੰ ਅਸੀਂ ਪੈਪ ਸਮੀਅਰ ਕਹਿੰਦੇ ਹਾਂ, ਜਿਹਨੂੰ ਅਸੀਂ ਸਕਰੀਨਿੰਗ ਟੈਸਟ ਕਹਿੰਦੇ ਹਾਂ। ਕਿਹਾ ਜਾਂਦਾ ਹੈ ਕਿ ਕੋਈ ਫੀਮੇਲ ਜਿਹਦੀ ਉਮਰ 21 ਸਾਲ ਤੋਂ ਉੱਪਰ ਹੈ, ਉਹਦੀ ਮੈਰਿਜ ਅਗਰ ਹੋ ਚੁੱਕੀ ਦੀ ਹੈ, ਨਹੀਂ ਵੀ ਹੋਈ ਦੀ, ਤੇ ਐਟਲੀਸਟ ਇੱਕ ਵਾਰ ਪੈਪ ਸਮੀਅਰ 3 ਸਾਲਾਂ 'ਚ ਇੱਕ ਵਾਰ ਤਾਂ ਸ਼ੁਰੂ ਕਰਾਏ। ਪੈਪ ਸਮੀਅਰ ਕੋਈ ਬੜਾ ਵੱਡਾ ਔਰ ਮਹਿੰਗਾ ਟੈਸਟ ਨਹੀਂ ਹੈਗਾ, ਜ਼ਿਆਦਾ 40-50 ਰੁਪਏ ਦਾ ਟੈਸਟ ਹੈਗਾ। ਸਰਕਾਰ ਤਾਂ ਵੈਸੇ ਫ੍ਰੀ ਕਰਦੀ ਹੈ। ਫੀਮੇਲ ਦੇ ਗੁਪਤਾਂਗ ਦੇ ਵਿੱਚੋਂ ਇੱਕ ਸਲਾਈਡ ਲਈ ਜਾਂਦੀ ਹੈ, ਉਹਨੂੰ ਮਾਈਕਰੋਸਕੋਪ ਥੱਲੇ ਦੇਖਣੇ ਆ। ਅਗਰ ਉਹ ਸਾਨੂੰ ਕੋਈ ਐਬਨੋਰਮਲ ਸੈੱਲ ਨਜ਼ਰ ਆਉਂਦੇ ਫਿਰ ਅਸੀਂ ਅੱਗੇ ਇਨਵੈਸਟੀਗੇਟ ਕਰਨੇ ਆ, ਔਰ ਅਗਰ ਨਹੀਂ ਨਜ਼ਰ ਆਵੇ ਤਾਂ ਉਹ ਫਿਰ 3 ਸਾਲ ਬਾਅਦ ਉਹਨੂੰ ਬੁਲਾ ਲੈਂਦੇ ਆ। ਔਰ 65 ਸਾਲ ਦੀ ਉਮਰ ਤੱਕ ਇਸ ਤਰ੍ਹਾਂ ਦਾ ਠੀਕ ਰਵੇ ਤੇ ਉਹ ਪੈਪ ਸਮੀਅਰ ਅਸੀਂ ਬੰਦ ਕਰ ਦਿੰਦੇ ਹਾਂ। ਇੰਡੀਆ ਦੇ ਵਿੱਚ ਅਗਰ ਕਿਹਾ ਜਾਂਦਾ ਹੈ ਕਿ ਸਾਡੀ ਪੈਨੀਟ੍ਰੇਸ਼ਨ ਜਿਹੜੀ ਪੈਪ ਸਮੀਅਰ ਦੀ 10% ਵੀ ਨਹੀਂ, ਲੇਕਿਨ ਅਗਰ ਇਫੈਕਟਿਵ ਸਕਰੀਨਿੰਗ ਸਾਡੀ ਪਾਪੂਲੇਸ਼ਨ ਦੀ ਹੋਣ ਲੱਗ ਪਵੇ ਤੇ 80% ਕਿੰਨਾ 80% 75 ਤੋਂ 80% ਸਰਵਾਈਕਲ ਕੈਂਸਰ ਦੀ ਡੈਥਸ ਜਿਹੜੀਆਂ ਉਹ ਘਟ ਜਾਣ। ਤੁਸੀਂ ਦੇਖੋ ਕਿ ਇਗਨੋਰੈਂਸ ਜਾਂ ਤੁਸੀਂ ਇਹ ਕਹੋ ਕਿ ਹੈਲਥ ਕੇਅਰ ਦਾ ਇਨਫਰਾਸਟ੍ਰਕਚਰ ਦਾ ਆਖਰੀ ਫੀਮੇਲ ਤੱਕ, ਪਿੰਡ ਦੀ ਆਖਰੀ ਫੀਮੇਲ ਤੱਕ ਨਾ ਪਹੁੰਚ ਪਾਣਾ, ਜਾਂ ਉਹਦੀ ਕੰਪਲਸ਼ਨ ਸਮਝ ਲਓ ਕਿ ਉਹ ਆਪ ਨਹੀਂ ਆ ਸਕਦੀ ਜਾਂ ਉਹਨੂੰ ਆਪੇ ਨਹੀਂ ਪਤਾ। ਇਸੇ ਤਰ੍ਹਾਂ ਅਗਰ ਤੁਸੀਂ ਅਮਰੀਕਾ 'ਚ ਦੇਖੋ ਤੇ ਸਰਵਾਈਕਲ ਕੈਂਸਰ ਤੇ ਜਨਾਨੀ ਦੇ ਪਹਿਲੇ 10 ਕੈਂਸਰਾਂ 'ਚ ਵੀ ਨਹੀਂ ਆਉਂਦਾ। ਔਰ ਅਨਫੋਰਚੂਨੇਟਲੀ ਇੰਡੀਆ ਦੇ ਵਿੱਚ ਦੁਨੀਆ ਦਾ 1/4 ਕੈਂਸਰ ਲੋਡ ਹੈਗਾ। ਹਰ ਇੱਕ ਘੰਟੇ ਦੇ ਵਿੱਚ 8 ਫੀਮੇਲਸ ਦੀ ਡੈਥ ਹੁੰਦੀ ਪਈ ਇੰਡੀਆ ਦੇ ਵਿੱਚ। ਇਟ ਅਮਾਊਂਟਸ ਟੂ ਅਬਾਊਟ 76 ਤੋਂ 70 ਹਜ਼ਾਰ ਫੀਮੇਲਸ ਹਰ ਸਾਲ ਦੀ ਡੈਥ ਹੁੰਦੀ ਹੈ ਸਰਵਾਈਕਲ ਕੈਂਸਰ ਦੀ ਵਜ੍ਹਾ ਨਾਲ। ਇੱਕ ਤਾਂ ਸਕਰੀਨਿੰਗ ਨਹੀਂ ਕਰਦੇ, ਦੂਜਾ ਮੈਂ ਤੁਹਾਨੂੰ ਦੱਸਿਆ ਕਿ ਇਹ ਇਨਫੈਕਸ਼ੀਅਸ ਬਿਮਾਰੀ ਹੈ ਤੇ ਇਹਦਾ ਇੱਕ ਪ੍ਰੀਵੈਂਸ਼ਨ ਵੀ ਹੈਗਾ, ਇਹਦੀ ਵੈਕਸੀਨ ਵੀ ਆ ਗਈ ਦੀ ਹੈ। ਤੇ ਜਿਹੜੀ ਵੀ ਬੱਚੀਆਂ ਜਿਨਦੀ ਉਮਰ 9 ਤੋਂ ਲੈ ਕੇ 18 ਸਾਲ ਦੇ ਵਿੱਚ ਹੈਗੀ, ਆਈਡੀਅਲ ਟਾਈਮ 10 ਤੋਂ 12 ਸਾਲ ਦਾ, ਜਾਂ ਮਿਨਾਰਕੀ ਮਹਾਵਾਰੀ ਸ਼ੁਰੂ ਹੋਣ ਤੋਂ ਪਹਿਲੇ 2 ਜਾਂ 3 ਇੰਜੈਕਸ਼ਨ 2 ਕੰਪਨੀਜ਼ ਬਣਾਉਂਦੀਆਂ। ਇੱਕ ਕੈਂਸਰਵਿਕਸ ਹੈਗੀ, ਦੂਜਾ ਗਰਡਾਸੀਲ ਹੈਗੀ। ਇਹ 2 ਅਗਰ ਵੈਕਸੀਨਸ ਲਗਾਉਂਦੇ ਨੇ ਤਾਂ ਐਟਲੀਸਟ ਇਹ ਐਂਟੀਸਿਪੇਟਡ ਹੈਗਾ ਕਿ ਆਉਣ ਵਾਲੇ 10 ਜਾਂ 12 ਸਾਲ ਦੇ ਵਿੱਚ ਸਰਵਾਈਕਲ ਕੈਂਸਰ ਦੀ ਦਰ ਇੰਡੀਆ ਦੇ ਵਿੱਚ ਆਲਮੋਸਟ ਅੱਧੀ ਹੋ ਜਾਏਗੀ। ਤਾਂ ਇਹ 2 ਹੀ ਮਤਲਬ ਸਟੈਪਸ। ਪਹਿਲਾ ਇੰਪੋਰਟੈਂਟ ਹੈਗਾ, ਅਗਰ ਐਸੇ ਕੋਈ ਸਿੰਪਟਮਸ ਜਿਹੜੇ ਮੈਂ ਦੱਸੇ ਨੇ, ਅਗਰ ਸਪੈਸ਼ਲੀ ਪੋਸਟ ਮੀਨੋਪੌਜ਼ਲ 40 ਸਾਲ ਦੇ ਬਾਅਦ ਕਿਸੇ ਫੀਮੇਲ ਨੂੰ ਐਸੀ ਸਿੰਪਟਮਸ ਆਉਂਦੇ ਨੇ, ਜਾਂ ਸਕਰੀਨਿੰਗ, ਜਾਂ ਤੀਜਾ ਵੈਕਸੀਨੇਸ਼ਨ। ਤੇ ਅਗਰ ਇਹ ਸਭ ਵੀ ਕੀਤਾ ਜਾਵੇ ਤਾਂ ਇੰਡੀਆ ਦੇ ਵਿੱਚ ਬਹੁਤ ਹੱਦ ਤੱਕ ਸਰਵਾਈਕਲ ਕੈਂਸਰ ਦੀ ਅਕਰੈਂਸ ਤੇ ਡੈਥਸ ਘਟ ਜਾਣਗੀਆਂ। ਇਹਦਾ ਇੱਕ ਐਗਜ਼ਾਮਪਲ ਮੈਂ ਦੇ ਸਕਦਾ ਕਿ USA ਦੇ ਵਿੱਚ ਮੈਂਡੇਟਰੀ ਹੈ ਸਕਰੀਨਿੰਗ। ਤਾਂ ਹਰ ਸਾਲ ਆਲਮੋਸਟ 53 ਮਿਲੀਅਨ ਫੀਮੇਲਸ ਦਾ ਸਕਰੀਨਿੰਗ ਹੁੰਦਾ ਹੈ। ਉਹਦੇ ਵਿੱਚੋਂ 13,000 ਤੋਂ 14,000 ਦੇ ਵਿੱਚ ਫੀਮੇਲਸ ਜਿਹੜੀਆਂ ਸਰਵਾਈਕਲ ਕੈਂਸਰ ਦੀ ਪਾਈ ਜਾਂਦੀਆਂ, ਔਰ ਉਹ ਵੀ ਸਟੇਜ 1-2 ਦੇ ਵਿੱਚ ਹੁੰਦੀਆਂ। ਔਰ ਅਰਲੀ ਕੈਂਸਰ ਦਾ ਮਤਲਬ ਹੈਗਾ ਪਕੜੇ ਜਾਣਾ, ਮਤਲਬ ਕਿਉਰ। ਤਾਂ ਤੁਸੀਂ ਬੜਾ ਘੱਟ ਸੁਣਿਆ ਹੋਣਾ ਕਿ ਅਮਰੀਕਾ 'ਚ, ਯੂਰਪ 'ਚ ਸਰਵਾਈਕਲ ਕੈਂਸਰ ਦੀ ਵਜ੍ਹਾ ਨਾਲ ਡੈਥ ਹੋਈ ਹੈ, ਬਟ ਇੰਡੀਆ ਦੇ ਵਿੱਚ 75 to 80% ਸਾਡੀ ਫੀਮੇਲਸ ਜਿਹੜੀਆਂ ਸਿਰਫ ਲੇਟ ਸਟੇਜਾਂ ਸਾਡੇ ਕੋਲ ਆਉਂਦੀਆਂ, ਜਿਹਦੇ 'ਚ ਸਿਰਫ ਉਹਦੀ ਜ਼ਿੰਦਗੀ ਵਧਾ ਸਕਦੇ ਹਾਂ ਔਰ ਥੋੜ੍ਹਾ ਜਿਹਾ ਇਲਾਜ ਕਰ ਸਕਦੇ ਹਾਂ। ਤਾਂ ਮੇਰੀ ਭੈਣਾਂ ਨੂੰ, ਮੇਰੀ ਮਾਵਾਂ ਨੂੰ ਬੇਨਤੀ ਹੈ ਕਿ ਪਲੀਜ਼ ਇਹ ਇੱਕ ਰੋਗ ਹੈਗਾ, ਇਹਦੇ 'ਚ ਤੁਹਾਡਾ ਆਪਣਾ ਕੋਈ ਕੰਟਰੀਬਿਊਸ਼ਨ ਨਹੀਂ। ਹੋ ਗਿਆ ਤੇ ਆਓ ਅੱਗੇ ਇਲਾਜ ਕਰਨ ਵਾਸਤੇ ਸਾਰੀ ਸੁਵਿਧਾ ਅਵੇਲੇਬਲ ਨੇ। ਸਰਕਾਰ ਅੱਗੇ ਮਦਦ ਕਰਨ ਨੂੰ ਤਿਆਰ ਹੈ, ਤੁਸੀਂ ਆਪਣੀ ਮਦਦ ਤੇ ਆਪ ਕਰੋਗੇ। ਦੂਜਾ ਬ੍ਰੈਸਟ ਕੈਂਸਰ, ਜਿਹਨੂੰ ਸਤਨ ਦਾ ਕੈਂਸਰ ਕਹਿੰਦੇ ਆ। ਕੋਈ ਵੀ ਫੀਮੇਲ, ਅੱਗੇ ਫਿਰ ਮੈਂ ਕਹਾਂਗਾ ਪੋਸਟ ਮੀਨੋਪੌਜ਼ਲ, ਤਾਂ ਕੈਂਸਰ ਦਾ ਸਾਰਿਆਂ ਤੋਂ ਇੰਪੋਰਟੈਂਟ ਜਿਹੜਾ ਰਿਸਕ ਫੈਕਟਰ ਸਾਡੇ ਸਾਰਿਆਂ 'ਚ ਹੈਗਾ, ਮੇਲ ਤੇ ਫੀਮੇਲ 'ਚ ਕੀ ਹੈਗਾ, ਏਜ। ਜੋ ਉਮਰ ਵੱਧਦੀ ਹੈ ਸਾਡੀ ਬੋਡੀ ਦੀ ਮਸ਼ੀਨ ਜਿਹੜੀ ਉਹ ਹੋਣ ਲੱਗ ਪੈਂਦੀ ਥੱਲੇ, ਤੇ ਕੈਂਸਰ ਦੀ ਅਕਰੈਂਸ ਵਧਣ ਲੱਗ ਪੈਂਦੀ ਹੈ। ਤੇ 40 ਸਾਲ ਦੇ ਬਾਅਦ ਜਾਂ 45 ਸਾਲ ਦੇ ਬਾਅਦ ਕੋਈ ਫੀਮੇਲ ਜਿਹਦੇ ਮਾਹਵਾਰੀ ਰੁਕ ਗਈ ਹੈ, ਉਹਦੇ 'ਚ ਅਗਰ ਉਹਦੇ ਬ੍ਰੈਸਟ ਦੇ ਵਿੱਚ ਕੋਈ ਗੰਢ ਨਜ਼ਰ ਆਉਂਦੀ ਹੈ, ਜਾਂ ਕੋਈ ਗਾਂਠ, ਜਾਂ ਨਿੱਪਲ ਜਿਹੜਾ ਉਹਦਾ ਰੰਗ ਬਦਲਦਾ ਹੈ, ਜਾਂ ਨਿੱਪਲ ਇਨਵਰਟ ਹੋ ਜਾਂਦਾ ਹੈ, ਜਾਂ ਸਖਤ ਹੋ ਜਾਂਦੀ ਹੈ ਬ੍ਰੈਸਟ, ਜਾਂ ਆਮ ਪਿੱਠ ਦੇ ਵਿੱਚ ਕੋਈ ਉਹਨੂੰ ਗਿਲਟੀ ਨਜ਼ਰ ਆਉਂਦੀ ਹੈ,
ਤਾਂ ਉਹ ਜ਼ਰੂਰ ਇਹਨੂੰ ਸਸਪੀਸ਼ਨ ਨਾਲ ਦੇਖੇ, ਨਹਾਉਂਦੇ ਧੋਂਦੇ ਹੱਥ ਮਾਰ ਕੇ ਦੇਖ ਲਵੇ, ਔਰ ਨਜ਼ਰ ਆਉਂਦਾ ਤਾਂ ਡਾਕਟਰ ਨੂੰ ਸੰਪਰਕ ਜ਼ਰੂਰ ਕਰੇ। ਇਹਨੂੰ ਕਹਿੰਦੇ ਸੈਲਫ ਬ੍ਰੈਸਟ ਐਗਜ਼ਾਮੀਨੇਸ਼ਨ। ਤੇ ਕੋਈ ਵੀ ਫੀਮੇਲ 40 ਸਾਲ ਤੋਂ ਬਾਅਦ ਜਿਹਦੀ ਉਮਰ ਹੈਗੀ ਉਹ ਸੈਲਫ ਬ੍ਰੈਸਟ ਐਗਜ਼ਾਮੀਨੇਸ਼ਨ ਤਾਂ ਜ਼ਰੂਰ ਕਰੇ ਮਹੀਨੇ 'ਚ ਇੱਕ ਵਾਰ। ਔਰ ਇੱਕ ਐਕਸਰੇ ਹੁੰਦਾ, ਜਿਸ ਤਰ੍ਹਾਂ ਅਸੀਂ ਛਾਤੀ ਦਾ ਐਕਸਰੇ ਖਿਚਵਾਉਂਦੇ ਹਾਂ, ਉਸ ਤਰ੍ਹਾਂ ਐਕਸਰੇ ਅਗਰ ਛਾਤੀ ਦਾ ਖਿਚਵਾਈਏ ਬ੍ਰੈਸਟ ਦਾ, ਉਹਨੂੰ ਕਹਿੰਦੇ ਮੈਮੋਗ੍ਰਾਫੀ। ਉਹ ਵੀ 3 ਸਾਲ 'ਚ ਇੱਕ ਵਾਰ ਕਰਾਉਣ ਜ਼ਰੂਰ 40 ਸਾਲ ਦੇ ਬਾਅਦ। ਤੇ ਇਹਦੇ ਨਾਲ ਦੇਖਿਆ ਗਿਆ ਆਲਮੋਸਟ 20% ਦੇ ਕੋਲ ਸਾਡੀ ਬ੍ਰੈਸਟ ਕੈਂਸਰ ਦੇ ਨਾਲ ਫੀਮੇਲਸ ਦੇ ਵਿੱਚ ਡੈਥ ਘਟ ਜਾਂਦੀ ਹੈ। ਸੋ ਇਹ 2 ਕਾਮਨ ਕੈਂਸਰਸ ਨਾ ਫੀਮੇਲਸ ਦੇ ਵਿੱਚ, ਜਿਹਦੇ ਉੱਤੇ ਸਕਰੀਨਿੰਗ ਬਹੁਤ ਇੰਪੋਰਟੈਂਟ ਹੈ। ਔਰ ਸਕਰੀਨੇਬਲ ਕੈਂਸਰ ਇਹਦਾ ਮਤਲਬ ਹੈਗਾ ਕਿ ਅਸੀਂ ਉਹਨਾਂ ਨੂੰ ਜਲਦੀ ਪਕੜ ਸਕਨੇ ਹਾਂ। ਔਰ ਅਰਲੀ ਬ੍ਰੈਸਟ ਕੈਂਸਰ, ਸਟੇਜ 1 ਦਾ ਬ੍ਰੈਸਟ ਕੈਂਸਰ ਦਾ ਤਾਂ ਸਰਵਾਈਵਲ ਅਸੀਂ 20 ਸਾਲ ਦਾ ਦੇ ਸਕਨੇ ਆਰਾਮ ਨਾਲ, ਉਹਨੂੰ ਕਿਉਰੇਬਲ ਹੀ ਸਮਝੋ। ਲੇਕਿਨ ਸ਼ਰਤ ਇਹ ਹੈਗੀ ਕਿ ਤੁਹਾਨੂੰ ਆਪ ਆਉਣਾ ਪੈਣਾ ਆਪਣੀ ਮਦਦ ਕਰਨ। ਸਰਕਾਰ ਵੀ ਮਦਦ ਕਰਦੀ ਪਈ ਹੈ, ਸਰਕਾਰ ਸੈਂਟਰ ਗਵਰਨਮੈਂਟ ਵੀ ਤੁਹਾਨੂੰ ਫੰਡ ਦਿੰਦੀ ਪਈ ਹੈ ਇਲਾਜ ਵਾਸਤੇ। ਸਟੇਟ ਗਵਰਨਮੈਂਟ, ਪੰਜਾਬ ਸਟੇਟ ਗਵਰਨਮੈਂਟ, ਅਸੀਂ ਕਿਸਮਤ ਵਾਲੇ ਲੋਕ ਹਾਂ ਕਿ ਅਗਰ ਪੰਜਾਬ ਦੇ ਵਿੱਚ ਰੱਬ ਕਰਕੇ ਕੈਂਸਰ ਹੋ ਗਿਆ, ਇਹ ਕਿਸਮਤ ਤਾਂ ਨਹੀਂ, ਲੇਕਿਨ ਐਟਲੀਸਟ ਇਲਾਜ ਦਾ ਜ਼ਰੀਆ ਸਰਕਾਰ ਨੇ ਛੱਡਿਆ ਹੋਇਆ ਸਾਡੇ ਵਾਸਤੇ। ਤੇ ਮੇਰੀ ਬੇਨਤੀ ਹੈ ਭੈਣਾਂ ਨਾਲ ਕਿ ਅਗਰ ਐਸੀ ਕੋਈ ਚੀਜ਼ ਨਜ਼ਰ ਆਉਂਦੀ ਹੈ ਤੇ ਉਹ ਪਲੀਜ਼ ਡਾਕਟਰ ਨੂੰ ਜ਼ਰੂਰ ਸੰਪਰਕ ਕਰਨ। ਸਰ, ਕੈਂਸਰ ਦਾ ਏਜ ਦੇ ਨਾਲ ਕੋਈ ਕੋਰਿਲੇਸ਼ਨ ਹੈ? ਹਾਂ, ਤੁਹਾਨੂੰ ਮੈਂ ਦੱਸਿਆ ਹੁਣੇ ਥੋੜ੍ਹੇ ਪਹਿਲੇ ਕਿ ਏਜ ਇਜ਼ ਦਾ ਸਟਰੋਂਗੈਸਟ ਰਿਸਕ ਫੈਕਟਰ। ਜਿਉਂ ਏਜ ਵੱਧਦੀ ਹੈ, ਕੁਝ ਕੈਂਸਰ ਨੂੰ ਛੱਡ ਦਿਓ ਜਿਹੜੇ ਇੱਕ ਏਜ ਸਪੈਸੀਫਿਕ ਹੁੰਦੇ ਨੇ, ਜਿਸ ਤਰ੍ਹਾਂ ਇੱਕ ਬਲੱਡ ਕੈਂਸਰ ਹੈ ਜਿਹਨੂੰ ਕਿਊਟ ਲਿੰਫੋਬਲਾਸਟਿਕ ਲਿਕੀਮੀਆ ਕਹਿੰਦੇ ALL, ਉਹ ਛੋਟੇ ਬੱਚਿਆਂ 'ਚ ਹੁੰਦਾ ਹੈ। ਇਸ ਤਰ੍ਹਾਂ ਚਾਈਲਡਹੁੱਡ ਕੈਂਸਰਸ ਜਿਹੜੇ ਨੇ ਉਹ ਕੁਝ ਹੁੰਦੇ, ਮੈਡੂਲੋਬਲਾਸਟੋਮਾ ਹੋ ਗਿਆ, ਕ੍ਰੇਨੀਓਫਰੈਂਜੀਓਮਾ ਹੋ ਗਿਆ, ਇਹ ਕੁਝ ਟਰਮਸ ਨੇ ਐਸੇ ਕੈਂਸਰ ਜਿਹੜੇ ਛੋਟੇ ਬੱਚਿਆਂ 'ਚ ਹੁੰਦੇ ਨੇ। ਲੇਕਿਨ ਮੈਜੋਰਟੀ ਕੈਂਸਰ ਜਿਹੜੇ ਨੇ ਉਹ ਉਮਰ ਦੇ ਨਾਲ ਵਧਣ ਲੱਗ ਪੈਂਦੇ ਨੇ। ਤੇ ਮੈਜੋਰਟੀ ਕੈਂਸਰਸ ਤੁਸੀਂ ਦੇਖੋਗੇ ਲੋਕਾਂ ਨੂੰ 50 ਸਾਲ ਦੇ ਬਾਅਦ ਹੀ ਹੁੰਦੇ ਨੇ। ਮੈਕਸਿਮਮ ਜਿਹੜੀ ਅਕਰੈਂਸ ਹੈਗੀ ਕੈਂਸਰ ਦੀ ਉਹ 40-50 ਸਾਲ ਦੇ ਬਾਅਦ ਹੀ ਸ਼ੁਰੂ ਹੁੰਦੀ ਹੈ। ਸਰ, ਕੁਝ ਕੈਂਸਰਸ ਦੀਆਂ ਫਾਰਮ ਹੈਰੀਡਿਟੀ ਵੀ ਹੁੰਦੀਆਂ ਨੇ? ਹਾਂ, ਪਹਿਲੇ ਸਮਝੋ ਕਿ ਕੈਂਸਰ ਦਾ ਜਿਹੜਾ ਸੈੱਲ ਹੈਗਾ ਉਹ ਕੈਂਸਰ ਬਣਦਾ ਕਿਸ ਤਰ੍ਹਾਂ। 3 ਫੈਕਟਰਸ ਬੜੇ ਇੰਪੋਰਟੈਂਟ। ਪਹਿਲਾ ਤੁਹਾਡੀ ਜੀਨਸ। ਸਪੋਜ਼ ਕਰੋ ਤੁਸੀਂ ਫੀਮੇਲ ਹੋ, ਠੀਕ ਹੈ ਨਾ, ਤਾਂ ਬਾਈ ਵਰਚੂ ਤੁਸੀਂ ਫੀਮੇਲ ਹੋ ਤਾਂ ਫੀਮੇਲ ਹੋ। ਇਸਦਾ ਮਤਲਬ ਹੈ ਜਿਹੜੇ ਕੈਂਸਰਸ ਫੀਮੇਲ 'ਚ ਹੋਣੇ ਨੇ ਉਹ ਤੁਹਾਡੇ 'ਚ ਹੋ ਸਕਦੇ ਨੇ। ਬਿਲਕੁਲ ਸਰ। ਠੀਕ ਹੈ। ਇਸ ਤਰ੍ਹਾਂ ਕੁਝ ਮੇਲਸ ਕੈਂਸਰ ਹੋਣੇ ਆ ਜਿਹੜੇ ਬਾਈ ਵਰਚੂ, ਅਗਰ ਮੈਂ ਮੇਲ ਹਾਂ ਤੇ sex which is constitutional, that means you are born female or male, it has to be there। ਉਹਦੇ ਬਾਅਦ ਹੈਗਾ ਕਿ ਤੁਹਾਡੇ ਮਾਤਾ ਪਿਤਾ 'ਚ, ਤੁਹਾਡੇ ਫਸਟ ਡਿਗਰੀ ਰਿਲੇਟਿਵਸ ਦੇ ਵਿੱਚ, ਮਤਲਬ ਸਿਬਲਿੰਗਸ, ਭੈਣ ਭਰਾ ਤੇ ਮਾਂ ਪਿਓ, ਅਗਰ ਇਹਦੇ ਵਿੱਚ ਕੈਂਸਰ ਹੋਏਦਾ ਤੇ ਤੁਹਾਡੇ 'ਚ ਕੈਂਸਰ ਹੋਣ ਦੀ ਸੰਭਾਵਨਾ ਜਨਰਲ ਪਾਪੂਲੇਸ਼ਨ ਕੋਲੋਂ ਥੋੜੀ ਜ਼ਿਆਦਾ ਹੋ ਜਾਂਦੀ ਹੈ। ਫਿਰ ਸੈਕੰਡ ਨੰਬਰ ਆਉਂਦਾ ਸੈਕੰਡ ਡਿਗਰੀ ਰਿਲੇਟਿਵਸ ਦਾ, ਮਤਲਬ ਮਾਮੇ, ਮਾਸੀਆਂ, ਭੂਆ, ਚਾਚੇ, ਤਾਏ, ਦਾਦਾ ਦਾਦੀ, ਨਾਨਾ ਨਾਨੀ, ਇਹ ਹੋ ਗਿਆ ਸੈਕੰਡ ਡਿਗਰੀ। ਅਗਰ ਇਹਦੇ 'ਚ ਕੈਂਸਰ ਹੁੰਦਾ ਤਾਂ ਇਹਦੇ 'ਚ ਵੀ ਸੰਭਾਵਨਾ ਵੱਧ ਜਾਂਦੀ ਹੈ। ਇਹ ਨਹੀਂ ਕਿ ਡਰ ਕੇ ਰਹਿਣਾ, ਬਟ ਥੋੜ੍ਹਾ ਜਿਹਾ ਕੌਸ਼ੀਅਸ ਹੋ ਜਾਣਾ ਕਿ ਯਸ, ਅਗਰ ਮੇਰੇ ਫਸਟ ਡਿਗਰੀ ਜਾਂ ਸੈਕੰਡ ਡਿਗਰੀ ਰਿਲੇਟਿਵਸ ਦੇ ਵਿੱਚ ਕੈਂਸਰ ਸੀ ਤਾਂ ਮੈਨੂੰ ਉਸ ਕੈਂਸਰ ਦੇ ਬਾਰੇ 'ਚ ਥੋੜ੍ਹਾ ਜਿਹਾ ਸਤਰਕ ਰਹਿਣਾ ਪੈਣਾ। ਜਿਸ ਤਰ੍ਹਾਂ ਇੱਕ ਫੀਮੇਲ ਹੈ, ਫੋਰ ਐਗਜ਼ਾਮਪਲ ਕਿਸੇ ਦੀ ਮਦਰ ਨੂੰ ਬ੍ਰੈਸਟ ਕੈਂਸਰ ਸੀ, ਤਾਂ ਉਹਨੂੰ ਧਿਆਨ ਰੱਖਣਾ ਪੈਣਾ ਕਿ ਜਿਸ ਉਮਰ ਦੇ ਵਿੱਚ ਮੇਰੀ ਮਾਂ ਨੂੰ ਕੈਂਸਰ ਹੋਇਆ ਸੀ ਉਸ ਤੋਂ 10 ਕੁ ਸਾਲ ਪਹਿਲੇ ਮੈਂ ਸਤਰਕ ਹੋ ਜਾਵਾਂ। ਔਰ ਅਗਰ ਉਹਨੂੰ ਬ੍ਰੈਸਟ ਕੈਂਸਰ ਸੀ ਤਾਂ ਮੇਰੇ 'ਚ ਬ੍ਰੈਸਟ ਕੈਂਸਰ ਜਾਂ ਓਵਰੀ ਦਾ ਕੈਂਸਰ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਇਹ ਇੱਕ ਜੀਨਸ ਦਾ ਇੰਟਰਪਲੇ ਹੈਗਾ। ਫਿਰ ਕੁਝ ਜੈਨੇਟਿਕ ਚੇਂਜਸ ਜਿਹੜੀਆਂ ਉਹ ਐਕਵਾਇਰ ਹੋ ਜਾਂਦੀ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਦੱਸਿਆ ਇਹਦਾ ਹਿਊਮਨ ਪੈਪਿਲੋਮਾ ਵਾਇਰਸ ਦਾ ਸੈਕਸ਼ੂਅਲ ਟ੍ਰਾਂਸਮਿਟਡ ਡਿਜ਼ੀਜ਼ ਹੈ ਨਾ, ਮਾਂ ਦੇ ਪੇਟ 'ਚੋਂ ਤਾਂ ਲੈ ਕੇ ਬੱਚਾ ਆਇਆ ਨਹੀਂ ਜੀ, ਤੇ ਡਿਊਰਿੰਗ ਸੈਕਸ਼ੂਅਲ ਐਕਟੀਵਿਟੀ ਹਿਊਮਨ ਪੈਪਿਲੋਮਾ ਵਾਇਰਸ ਜਿਹੜਾ ਐਕਵਾਇਰ ਕੀਤਾ, ਉਹਨੇ ਜੈਨੇਟਿਕ ਚੇਂਜਸ ਕੀਤੀਆਂ। ਹੁਣ ਇਹ ਨਹੀਂ ਕਿ ਅਗਰ ਕੋਈ ਫੀਮੇਲ ਜਿਹਨੂੰ ਹਿਊਮਨ ਪੈਪਿਲੋਮਾ ਵਾਇਰਸ ਦੀ ਵਜ੍ਹਾ ਸਰਵਾਈਕਲ ਕੈਂਸਰ ਹੈ ਤੇ ਉਹਦੇ ਬੱਚੇ ਨੂੰ ਵੀ ਹੋਏਗਾ ਨਾ, ਕਿਉਂਕਿ ਇਹ ਐਕਵਾਇਰ ਲਾਈਫ ਟਾਈਮ 'ਚ ਹੋਈ ਹੈ। ਇਸੇ ਤਰ੍ਹਾਂ ਕਾਲਾ ਪੀਲੀਆ ਸਾਡੇ ਪੰਜਾਬ 'ਚ ਬੜਾ ਰੈਂਪੈਂਟ ਹੈਗਾ, ਹੈਪੇਟਾਈਟਿਸ B ਤੇ C। ਹੁਣ ਇਹ ਕਾਲਾ ਪੀਲੀਆ ਜਿਹੜਾ ਇਹ ਵੀ ਜੈਨੇਟਿਕ ਚੇਂਜ ਕਰਦਾ ਹੈਗਾ ਸੈੱਲ ਦੇ ਵਿੱਚ, ਲੀਵਰ ਦੇ, ਇਸ ਲਈ ਉਹ ਲੀਵਰ ਕੈਂਸਰ ਕ੍ਰੀਏਟ ਕਰਦਾ। ਇਸੇ ਤਰ੍ਹਾਂ ਇੱਕ ਵਾਇਰਸ ਹੁੰਦਾ, ਉਹਨੂੰ ਕਹਿੰਦੇ ਆ ਐਪਸਟਨ ਵੀਰ ਬਾਰ ਵਾਇਰਸ। ਇੱਕ ਬਿਮਾਰੀ ਇਹਨੂੰ ਕਹਿੰਦੇ ਆ ਪ੍ਰਾਇਮਰੀ ਹੌਜਕਿਨ ਲਿੰਫੋਮਾ ਜਾਂ ਹੌਜਕਿਨਸ ਲਿੰਫੋਮਾ ਸਮਝ ਲਓ। ਉਹਦੇ ਵਿੱਚ ਵੀ ਇਸ ਵਾਇਰਸ ਦਾ ਰੋਲ ਹੈਗਾ। ਤਾਂ ਮੇਰਾ ਕਹਿਣ ਦਾ ਮਤਲਬ ਹੈਗਾ ਚਾਹੇ ਜੀਨਸ ਚਾਹੇ ਵਾਇਰਸ, ਅਗਰ ਜੀਨਸ ਅਗਰ ਕੋਈ ਸੈੱਲ ਦੇ ਵਿੱਚ ਇੰਟਰਪਲੇ ਕਰਦੇ ਆ, ਉਹਦੇ DNA 'ਚ ਚੇਂਜ ਲਿਆਉਂਦੇ ਨੇ ਤਾਂ ਕੈਂਸਰ ਹੋਣ ਦੀ ਸੰਭਾਵਨਾ ਹੈ। ਅਤੇ ਅਗਲਾ ਤੁਹਾਡਾ ਲਾਈਫ ਸਟਾਈਲ। ਸਿਗਰਟ, ਸ਼ਰਾਬ। ਇੰਡੀਆ ਦੇ ਵਿੱਚ ਸਿਗਰਟ ਸ਼ਰਾਬ ਕੰਟਰੀਬਿਊਟਸ ਟੂ ਅਬਾਊਟ ਮੋਰ ਦੈਨ 50% ਆਫ ਕੈਂਸਰਸ। ਮਰਦਾਂ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਮੂੰਹ ਦਾ, ਗਲੇ ਦਾ, ਫੇਫੜੇ ਦਾ, ਖਾਣ ਵਾਲੀ ਨਲੀ ਦਾ, ਈਸੋਫੇਗਸ ਦਾ, ਸਟਮਕ ਦਾ ਕੈਂਸਰ ਬੜਾ ਕਾਮਨ ਹੈਗਾ। ਸ਼ਰਾਬ ਦਾ ਅਤੇ ਸਿਗਰਟ ਤੰਬਾਕੂ ਦਾ ਇਹਦੇ 'ਚ ਸੇਵਨ ਦਾ ਡਾਇਰੈਕਟ ਰੋਲ ਹੈਗਾ। ਡਾਈਟ, ਤੇਲ, ਮਿਰਚ, ਮਸਾਲਾ, ਮਤਲਬ ਜਿਹੜਾ ਤੁਹਾਡਾ ਚਾਰਕੋਲ, ਟਿੱਕੇ ਜਾਂ ਭੁੰਨੇ ਦਾ, ਇਹ ਖਾਣ ਨਾਲ ਵੀ
ਮੂੰਹ ਦਾ ਤੇ ਗਲੇ ਦਾ ਕੈਂਸਰ ਬਹੁਤ ਇੰਪੋਰਟੈਂਟ ਹੈ। ਸਾਡੀ ਇੱਕ ਬੈਲਟ ਹੈ, ਉਹਨੂੰ ਕਹਿੰਦੇ ਗਲਟ ਬੈਲਟ। ਅਫਗਾਨਿਸਤਾਨ, ਨਾਰਥ ਵੈਸਟ ਫਰੰਟੀਅਰ ਪਾਕਿਸਤਾਨ, ਕਸ਼ਮੀਰ, ਇੱਥੇ ਤੁਸੀਂ ਦੇਖੋਗੇ ਇੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਕੈਂਸਰ ਹੈਗਾ ਗਲੇ ਦਾ ਤੇ ਵੱਡੀ ਆਂਤ ਦਾ, ਕੋਲਨ ਦਾ, ਕਿਉਂਕਿ ਉਹ ਮੀਟ ਬਹੁਤ ਖਾਂਦੇ ਨੇ, ਉਹ ਮਸਾਲਾ ਬਹੁਤ ਖਾਂਦੇ ਨੇ, ਉਹਨਾਂ ਨੂੰ ਭੁੰਨੇ ਦਾ ਮੀਟ ਖਾਣ ਦਾ ਬਹੁਤ ਸ਼ੌਂਕ ਹੈਗਾ। ਤੇ ਇਨ ਚੀਜ਼ਾਂ ਨਾਲ ਜਿਹੜਾ ਜਿਹੜੇ ਘਿਓ ਜਾਂ ਚਰਬੀ ਜਿਹੜੇ ਪੱਕਦੀ ਹੈ, ਉਹ ਜਿਹੜਾ ਹਾਈਡਰੋਕਾਰਬਨਸ ਨੂੰ ਜਿਹੜੇ ਗਰਮ ਕਰਦੀ ਹੈ, ਤਾਂ ਉਹਦੇ ਵਿੱਚ ਕੁਝ ਕੈਂਸਰ ਕਾਰਸੀਨੋਜੈਨੇਸਿਸ ਦੇ ਸੈਲਸ ਬਣ ਜਾਂਦੇ ਨੇ, ਕੰਪਾਊਂਡਸ ਬਣ ਜਾਂਦੇ ਨੇ। ਫਰੈਸ਼ ਵੈਜੀਟੇਬਲਸ, ਸਾਫ ਹਵਾ, ਪ੍ਰੋਪਰ ਨੀਂਦਰ, व्यायाम, एक्सरसाइज, इन सब चीज़ों नाल कैंसर होने की संभावना घट जाती है। सो इट्स इंटरप्ले ऑफ योर जीन्स, योर लाइफस्टाइल एंड योर फूड। थैंक यू सो मच सर, ਤੁਸੀਂ ਬਹੁਤ ਹੀ ਘੱਟ ਸ਼ਬਦਾਂ ਵਿੱਚ ਬਹੁਤ ਹੀ ਵਧੀਆ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਥੈਂਕ ਯੂ ਸੋ ਮਚ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। MC ਨਿਊਜ਼ ਦਾ ਵੀ ਧੰਨਵਾਦ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਦਰਸ਼ਕਾਂ ਦੇ ਨਾਲ ਰੂਬਰੂ ਹੋਣ ਦਾ ਔਰ ਆਪਣੀ ਜਾਣਕਾਰੀ ਸਾਂਝਾ ਕਰਨ ਦਾ। ਇੰਸੀਡੈਂਟਲੀ ਫਰਵਰੀ ਜਿਹੜਾ ਹੈਗਾ ਉਹ ਨੈਸ਼ਨਲ ਕੈਂਸਰ ਅਵੇਅਰਨੈਸ ਮੰਥ ਵੀ ਹੈਗਾ। 4 ਫਰਵਰੀ ਨੂੰ ਅਸੀਂ ਵਰਲਡ ਕੈਂਸਰ ਡੇ ਵੀ ਮਨਾਇਆ ਔਰ 15 ਫਰਵਰੀ ਨੂੰ ਇੰਟਰਨੈਸ਼ਨਲ ਚਾਈਲਡਹੁੱਡ ਕੈਂਸਰ ਡੇ ਵੀ ਸੀ। ਮਤਲਬ ਇਨ ਦਾ ਹੋਲ ਸਾਡਾ ਏਮ ਹੈਗਾ ਕਿ ਫਰਵਰੀ ਮਹੀਨੇ 'ਚ ਅਸੀਂ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰੀਏ ਕੈਂਸਰ ਦੇ ਬਾਰੇ 'ਚ। ਔਰ ਮੇਰੀ ਇਸ ਟਾਕ ਨਾਲ ਜਾਂ ਮੇਰੀ ਇਸ ਵਾਰਤਾ ਨਾਲ ਅਗਰ ਇੱਕ ਇਨਸਾਨ ਵੀ ਜਾਂ ਇੱਕ ਬੰਦਾ ਵੀ ਅਗਰ ਕੋਈ ਜਿਹੜਾ ਉਹ ਅਵੇਅਰ ਹੁੰਦਾ ਹੈ ਕੈਂਸਰ ਦੇ ਬਾਰੇ 'ਚ, ਤਾਂ ਮੈਂ ਸਮਝਾਂਗਾ ਕਿ ਅੱਜ ਮੇਰਾ ਪਰਪਸ ਸਕਸੈਸਫੁਲ ਹੋਇਆ। ਧੰਨਵਾਦ। ਸੋ ਇਸ ਤਰ੍ਹਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਦੇਖਦੇ ਰਹੋ MC ਨਿਊਜ਼। ਧੰਨਵਾਦ।